ਜਿਹੜੀ 30 ਤਰੀਕ ਵਾਲੀ ਮੀਟਿੰਗ ਸੀ ਉਹਦੇ 'ਚ ਤਾਂ ਜੋ ਸਰਕਾਰ ਕਾਨੂੰਨਾਂ ਦੇ ਬਾਰੇ ਬੋਲੀ ਹੈ ਜਾਂ ਐਮਐਸਪੀ ਦੇ ਬਾਰੇ ਜਿਹੜਾ ਉਹਨਾਂ ਦਾ ਰਵੱਈਆ ਸੀ ਉਹਦੇ 'ਚੋਂ ਤਾਂ ਨਹੀਂ ਲੱਗਦਾ ਵੀ ਸਰਕਾਰ ਕੋਈ ਪਿੱਛੇ ਮੁੜਨ ਨੂੰ ਤਿਆਰ ਹੈ। ਸਰਕਾਰ ਦਾ ਜਿਹੜਾ ਰਵੱਈਆ ਹੈ ਉਹ ਪੋਜ਼ੀਟਿਵ ਨਹੀਂ ਹੈ, ਇਸ ਕਰਕੇ ਪਰ ਦਾਬ ਮੰਨ ਰਹੀ ਹੈ ਸਰਕਾਰ ਘੋਲ ਦੀ। ਇਹ ਦਾਬ ਦੇ ਵਿੱਚੋਂ ਜੋ ਕੁਛ ਮਾੜਾ ਮੋਟਾ ਉਹਨਾਂ ਨੇ ਕਿਹਾ ਉਹ ਦਾਬ ਚੁੱਕਿਆ ਹੈ। ਵੱਡੀ ਗੱਲ ਉੱਠ ਖੜੀ। ਇਹ ਅੰਦੋਲਨ ਹੁਣ ਇਕੱਲਾ ਕਿਸਾਨਾਂ ਦਾ ਨਹੀਂ ਹੈ, ਸਾਰੇ ਜਨ ਅੰਦੋਲਨ ਬਣ ਗਿਆ। ਇਸ ਕਰਕੇ ਸਰਕਾਰ ਨੂੰ ਛੇਤੀ ਇਹਦਾ ਫੈਸਲਾ ਕਰਕੇ ਇਹਦਾ ਨਿਪਟਾਰਾ ਕਰਨਾ। ਸਰਕਾਰ ਨੂੰ ਰੱਦ ਸ਼ਬਦ ਹੈ ਜਿਹੜਾ ਉਹ ਨਹੀਂ ਪਾਉਂਦਾ ਵੀ ਇੱਕ ਸਰਕਾਰ ਦੇ ਬਣਾਏ ਹੋਏ ਆਪਦੇ ਕਾਨੂੰਨ ਰੱਦ ਕਰਨੇ ਪੈ ਜਾਣ, ਉਹ ਨਹੀਂ ਪਾਉਂਦਾ। ਐਮਐਸਪੀ ਵਾਲਾ ਕਾਨੂੰਨ ਬਣਾਉਣ ਦੀ ਖਾਤਰ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਤੇ ਉਹਦੇ ਤੇ ਸਾਰੇ ਰਾਜਾਂ ਦੇ ਵਿੱਚ ਸਾਰੀਆਂ ਫਸਲਾਂ ਤੇ ਇਹ ਹੋਵੇ। ਉਹਦੇ ਤੇ ਰਾਸ਼ੀ ਦਾ ਪੈਂਤੜਾ ਜਿਹੜਾ ਵੀ 17 ਲੱਖ ਕਰੋੜ ਰੁਪਏ ਦਾ ਖਰਚੇ ਦਾ ਭਾਰ ਚੁੱਕਣਾ ਪਊਗਾ। ਤਾਂ ਜੇਕਰ ਕੇਂਦਰ ਸਰਕਾਰ ਪ੍ਰਸਤਾਵ ਮੰਨ ਲੈਂਦੀ ਹੈ ਤੁਹਾਡੇ, ਤਾਂ ਬਾਕੀ ਜਥੇਬੰਦੀਆਂ ਦੀ ਗੱਲ ਕੀਤੀ ਜਾਵੇ, ਜੇਕਰ ਉਹ ਇਹ ਗੱਲ ਕਹਿੰਦੀਆਂ ਵੀ ਕਾਨੂੰਨ ਰੱਦ ਹੋਣੇ ਚਾਹੀਦੇ ਆ, ਤਾਂ ਫਿਰ ਬੀਕੇਯੂ ਉਗਰਾਹਾਂ ਦਾ ਕੀ ਸਟੈਂਡ ਹੋਊਗਾ? ਜੇ ਚੱਲ ਇਤਰਾਜ਼ ਹੋ ਫਿਰ ਲੜਿਆ ਜਾਊਗਾ, ਕਿਉਂਕਿ ਪੰਜਾਬ ਉਹ ਸੂਬੇ ਦਾ ਸਬਜੈਕਟ ਹੈ। ਖੇਤੀ ਐਗਰੀਕਲਚਰ ਹੈ ਜਿਹੜੀ ਸਟੇਟ ਸਬਜੈਕਟ ਹੈ, ਇਸ ਕਰਕੇ ਉਹ ਲੜਾਈ ਲੜੀ ਜਾਊਗੀ ਜੇ ਕਿਸੇ ਦਾ ਇਤਰਾਜ਼ ਹੋਊਗਾ। ਸਰਕਾਰ ਆਪਦੇ ਕੋਲੋਂ ਤਾਂ ਲਾਹੇ ਨਾ, ਜੋ ਕੇਂਦਰ ਨੇ ਕੀਤਾ, ਕੇਂਦਰ ਆਪਦੇ ਕੀਤੇ ਹੋਏ ਫੈਸਲੇ ਤਾਂ ਵਾਪਸ ਲਵੇ ਨਾ। ਇਹ ਤਾਂ ਇਹ ਸਵਾਲ, ਉਹਨੇ ਆਪਦੀ ਤਾਕਤ ਆਪਦੀ ਮੁੱਠੀ 'ਚ ਰੱਖੀ ਹੋਈ ਹੈ ਜਾਂ ਗ੍ਰਹਿ ਮੰਤਰੀ ਕੋਲੇ ਆਪਦੀ ਤਾਕਤ ਉਹਦੀ ਮੁੱਠੀ 'ਚ ਰੱਖੀ ਹੋਈ ਹੈ। ਦੋਨੇ ਵੱਡੀਆਂ ਤਾਕਤਾਂ ਨੇ, ਦੋਨੇ ਪਾਵਰ ਹੈ। ਸੈਕੰਡ ਪਾਵਰ ਅਮਿਤ ਸ਼ਾਹ ਹੈ, ਫਸਟ ਪਾਵਰ ਮੋਦੀ ਹੈ। ਮੋਦੀ ਨੇ ਪਾਵਰ ਆਪਦੀ ਮੁੱਠੀ 'ਚ ਰੱਖੀ ਹੈ, ਆਪਦੀ ਪਾਵਰ ਤੋਮਰ ਸਾਹਿਬ ਨੂੰ ਦੇ ਕੇ ਭੇਜੇ ਤਾਂ ਕਿ ਤੋਮਰ ਸਾਹਿਬ ਕੋਈ ਡਿਸੀਜਨ ਲੈ ਸਕੇ। ਅਸਲ 'ਚ ਮੋਦੀ ਸਾਹਿਬ ਨੇ ਮੋਦੀ ਹੈ ਤਾਂ ਮੁਮਕਿਨ ਹੈ ਵਾਲੀ ਗੱਲ ਸਾਬਤ ਕੀਤੀ। ਜਗਬਾਣੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਜਗਵੰਤ ਬਰਾੜ। ਕਿਸਾਨਾਂ ਦਾ ਸੰਘਰਸ਼ ਜ਼ੋਰਾਂ ਤੇ ਆ। ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦੇ ਮੀਟਿੰਗ ਦਾ ਦੌਰ ਵੀ ਜਾਰੀ ਹੈ। 6 ਵਾਰ ਦੀ ਗੱਲਬਾਤ ਹੋ ਚੁੱਕੀ ਆ, 7ਵੇਂ ਦੌਰ ਦੀ ਗੱਲਬਾਤ ਹੋਣੀ ਹੈ। ਤੇ ਸਾਡੇ ਨਾਲ ਬੀਕੇਯੂ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ, ਤਾਂ ਉਹਨਾਂ ਤੋਂ ਜਾਣਦੇ ਆ ਉਹ ਕੀ ਸੋਚਦੇ ਮੀਟਿੰਗ ਨੂੰ ਲੈ ਕੇ। ਜੋਗਿੰਦਰ ਜੀ, ਕਿਸ ਤਰ੍ਹਾਂ ਸੋਚਦੇ ਹੋ ਜੋ 7ਵੇਂ ਦੌਰ ਦੀ ਮੀਟਿੰਗ ਹੋਣ ਜਾ ਰਹੀ ਹੈ? ਲੱਗਦਾ ਕੋਈ ਪੋਜ਼ਿਟਿਵ ਚੀਜ਼ ਨਿਕਲੂ? ਦੇਖੋ, ਜਿਹੜੀ 30 ਤਰੀਕ ਵਾਲੀ ਮੀਟਿੰਗ ਸੀ ਉਹਦੇ 'ਚ ਤਾਂ ਜੋ ਸਰਕਾਰ ਕਾਨੂੰਨਾਂ ਦੇ ਬਾਰੇ ਬੋਲੀ ਹੈ ਜਾਂ ਐਮਐਸਪੀ ਦੇ ਬਾਰੇ ਜਿਹੜਾ ਉਹਨਾਂ ਦਾ ਰਵੱਈਆ ਸੀ ਉਹਦੇ 'ਚੋਂ ਤਾਂ ਨਹੀਂ ਲੱਗਦਾ ਵੀ ਸਰਕਾਰ ਕੋਈ ਪਿੱਛੇ ਮੁੜਨ ਨੂੰ ਤਿਆਰ ਹੈ। ਸਰਕਾਰ ਨੇ ਜਾ ਕੇ ਉਹਨਾਂ ਗੱਲਾਂ ਤੇ ਜਿਹੜਾ ਕਾਨੂੰਨ ਸੀ ਪਰਾਲੀ ਵਾਲਾ ਤੇ ਬਿਜਲੀ ਬਿੱਲ 2020 ਉਹਦੇ ਬਾਰੇ ਮਾੜੀ ਮੋਟੀ ਰਿਆਇਤ ਦੀ ਗੱਲ ਕੁਛ ਕੀਤੀ ਹੈ। ਜਿਹੜੀ ਅਸਲ ਮੁੱਦੇ ਨੇ ਦੋਨੇ ਵੱਡੇ ਮੁੱਦੇ ਨੇ, ਤਿੰਨੇ ਕਾਨੂੰਨਾਂ ਨੂੰ ਰੱਦ ਕਰਨ ਵਾਲਾ, ਐਮਐਸਪੀ ਸਾਰੇ ਸੂਬਿਆਂ ਦੇ ਵਿੱਚ ਸਾਰੀਆਂ ਫਸਲਾਂ ਤੇ ਲੀਗਲੀ ਅਥਾਰਟੀ ਬਣਾਉਣ ਵਾਲਾ, ਇਹ ਵੱਡੇ ਇਸ਼ੂ ਰਹਿੰਦੇ ਨੇ। ਇਹ ਤਾਂ ਸਰਕਾਰ ਨੇ ਛੂਏ ਵੀ ਨਹੀਂ। ਇਸ ਕਰਕੇ ਸਰਕਾਰ ਦਾ ਜਿਹੜਾ ਰਵੱਈਆ ਹੈ ਉਹ ਪੋਜ਼ੀਟਿਵ ਨਹੀਂ ਹੈ, ਇਸ ਕਰਕੇ ਪਰ ਦਾਬ ਮੰਨ ਰਹੀ ਹੈ ਸਰਕਾਰ ਘੋਲ ਦੀ। ਇਹ ਦਾਬ ਦੇ ਵਿੱਚੋਂ ਜੋ ਕੁਛ ਮਾੜਾ ਮੋਟਾ ਉਹਨਾਂ ਨੇ ਕਿਹਾ ਉਹ ਦਾਬ ਚੁੱਕਿਆ ਹੈ ਤੇ ਸਰਕਾਰ ਨੂੰ ਇਹ ਦੇਖਣਾ ਚਾਹੀਦਾ ਵੀ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖ ਕੇ ਲੋਕਾਂ ਨੂੰ ਫੈਸਲੇ ਕਰਨੇ ਚਾਹੀਦੇ, ਸਰਕਾਰ ਨੂੰ ਫੈਸਲੇ ਕਰਨੇ ਚਾਹੀਦੇ ਨੇ। ਕਿਉਂਕਿ ਸੜਕਾਂ 'ਤੇ ਆਏ ਹੋਏ ਲੋਕ ਨੇ, ਕਿੰਨੇ ਦਿਨਾਂ ਤੋਂ ਠੰਡ ਹੈ, ਸਰਦੀ ਹੈ, ਬੁੱਢੇ ਨੇ, ਬਜ਼ੁਰਗ ਨੇ, ਬੱਚੇ ਨੇ, ਉਹ ਸਾਰੇ ਸੜਕਾਂ 'ਤੇ ਬੈਠੇ ਨੇ। ਸਰਕਾਰ ਨੂੰ ਇਹਨਾਂ ਦੀਆਂ ਭਾਵਨਾਵਾਂ ਦੇਖ ਕੇ, ਕਿਉਂਕਿ ਸਾਰੇ ਸਟੇਟਾਂ ਦੇ ਵਿੱਚ ਹੁਣ ਪੂਰਾ ਰੌਲਾ ਪੈ ਗਿਆ, ਵੱਡੀ ਗੱਲ ਉੱਠ ਖੜੀ। ਇਹ ਅੰਦੋਲਨ ਹੁਣ ਇਕੱਲਾ ਕਿਸਾਨਾਂ ਦਾ ਨਹੀਂ ਹੈ, ਸਾਰੇ ਜਨ ਅੰਦੋਲਨ ਬਣ ਗਿਆ। ਇਸ ਕਰਕੇ ਸਰਕਾਰ ਨੂੰ ਛੇਤੀ ਇਹਦਾ ਫੈਸਲਾ ਕਰਕੇ ਇਹਦਾ ਨਿਪਟਾਰਾ ਕਰਨਾ ਚਾਹੀਦਾ। ਤਾਂ ਪਿਛਲੀ ਮੀਟਿੰਗ ਦੀ ਗੱਲ ਕੀਤੀ ਜਾਵੇ ਤਾਂ ਤੁਹਾਡੇ ਦੁਆਰਾ ਪ੍ਰਸਤਾਵ ਰੱਖੇ ਗਏ ਸੀ ਜੋ ਜ਼ਰੂਰੀ ਵਸਤਾਂ ਦਾ ਐਕਟ ਆ, ਜੋ ਉਹਨਾਂ ਦੁਆਰਾ ਸੋਧ ਕੀਤੀ ਗਈ ਉਹ ਵਾਪਸ ਲੈ ਲੈਣ। ਕੰਟਰੈਕਟ ਫਾਰਮਿੰਗ ਆ ਜਿਹੜੀ ਉਹ ਲੋਕਾਂ ਤੇ ਛੱਡ ਦਿੱਤੀ ਜਾਵੇ ਵੀ ਕਰਵਾਉਣੀ ਆ ਜਾਂ ਨਹੀਂ। ਤੇ ਇਸ ਤਰ੍ਹਾਂ ਦੇ ਜੋ ਮੰਡੀ ਦਾ ਸਿਸਟਮ ਆ, ਜਿਹੜੇ ਪਹਿਲਾਂ ਵਾਲੀ ਮੰਡੀ ਉਸੇ ਤਰ੍ਹਾਂ ਰਵੇ। ਤਾਂ ਲੱਗਦਾ ਵੀ ਉਸ ਤੇ ਕੋਈ ਸਹਿਮਤੀ ਬਣ ਸਕਦੀ ਹੈ ਜੋ ਮੀਟਿੰਗ ਦੇ ਵਿੱਚ? ਦੇਖੋ, ਸਰਕਾਰ ਨੂੰ ਰੱਦ ਸ਼ਬਦ ਹੈ ਜਿਹੜਾ ਉਹ ਨਹੀਂ ਪਾਉਂਦਾ ਵੀ ਇੱਕ ਸਰਕਾਰ ਦੇ ਬਣਾਏ ਹੋਏ ਆਪਦੇ ਕਾਨੂੰਨ ਰੱਦ ਕਰਨੇ ਪੈ ਜਾਣ, ਉਹ ਨਹੀਂ ਪਾਉਂਦਾ। ਇਸੇ 'ਚੋਂ ਰੱਖਿਆ ਸੀ ਪ੍ਰਪੋਜ਼ਲਾਂ ਜਿਹੜੀਆਂ ਤੁਸੀਂ ਗਿਣਾ ਕੇ ਗਏ ਹੋ। ਇਸ ਕਰਕੇ ਇਹ ਕੋਈ ਵੱਡੀ ਗੱਲ ਨਹੀਂ, ਕਿਉਂਕਿ ਜ਼ਰੂਰੀ ਵਸਤਾਂ ਕਾਨੂੰਨ ਤਾਂ ਉਹਨਾਂ ਨੇ ਬਣਾਇਆ ਹੀ ਨਹੀਂ। ਇਹ ਤਾਂ ਪਹਿਲਾਂ ਤਾਂ 1955 ਦਾ ਬਣਿਆ ਹੋਇਆ ਕਾਨੂੰਨ ਹੈ। ਇਹ 'ਚ ਤਾਂ ਉਹਨਾਂ ਨੇ ਸੋਧਾਂ ਕੀਤੀਆਂ ਨੇ। ਉਹ ਅਮੈਂਡਮੈਂਟਾਂ ਜਿਹੜੀਆਂ ਕੀਤੀਆਂ ਨੇ ਵਾਪਸ ਲੈ ਲੈਣਾ। ਉਹ ਪਹਿਲਾਂ ਵਾਲਾ ਕਾਨੂੰਨ ਤੇ ਤਾਂ ਕਿਸੇ ਦਾ ਇਤਰਾਜ਼ ਨਹੀਂ। ਇਸ ਕਰਕੇ ਬਹੁਤ ਛੋਟੀਆਂ ਗੱਲਾਂ ਨੇ, ਸਰਕਾਰ ਨਿਪਟਾ ਸਕਦੀ ਹੈ। ਐਮਐਸਪੀ ਵਾਲਾ ਕਾਨੂੰਨ ਬਣਾਉਣ ਦੀ ਖਾਤਰ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਤੇ ਉਹਦੇ ਤੇ ਸਾਰੇ ਰਾਜਾਂ ਦੇ ਵਿੱਚ ਸਾਰੀਆਂ ਫਸਲਾਂ ਤੇ ਇਹ ਹੋਵੇ। ਉਹਦੇ ਤੇ ਰਾਸ਼ੀ ਦਾ ਪੈਂਤੜਾ ਜਿਹੜਾ ਵੀ 17 ਲੱਖ ਕਰੋੜ ਰੁਪਏ ਦਾ ਖਰਚੇ ਦਾ ਭਾਰ ਚੁੱਕਣਾ ਪਊਗਾ। ਉਹ ਕਿਹੜਾ ਲੋਕ ਕਿਸਾਨਾਂ ਦੀ ਜੇਬ 'ਚ ਜਾਣਾ? ਉਹਦਾ ਤੁਸੀਂ ਜਿਣਸ ਖਰੀਦਣੀ ਹੈ, ਉਹ ਖਰੀਦ ਕੇ ਤੁਸੀਂ ਵੇਚ ਦੇਣੀ ਹੈ। ਇਹ ਤਾਂ ਲੈ ਕੇ ਰੁਟੀਨ ਹੀ ਹੈ ਪੈਸੇ ਦੀ। ਇਸ ਕਰਕੇ ਕੋਈ ਇਹ ਨਹੀਂ ਵੀ ਤੁਸੀਂ 17 ਲੱਖ ਕਰੋੜ ਰੁਪਇਆ ਕੋਈ ਕਿਸਾਨਾਂ ਦੀ ਜੇਬ 'ਚ ਪਾ ਰਹੇ ਹੋ। ਉਹਦਾ ਸਰਕਾਰ ਨੇ ਮਾਲ ਖਰੀਦਣਾ, ਉਹ ਮਾਲ ਤੁਹਾਡੇ ਕੋਲੇ ਆ ਜਾਣਾ। ਇਸ ਕਰਕੇ ਵੱਡੀ ਗੱਲ ਨਹੀਂ, ਐਮਐਸਪੀ ਲਾਗੂ ਦਾ ਕਾਨੂੰਨ ਬਣਾਉਣਾ ਚਾਹੀਦਾ ਤੇ ਤਿੰਨੇ ਕਾਨੂੰਨ ਰੱਦ ਕਰਨੇ ਚਾਹੀਦੇ।
ਤਾਂ ਜੇਕਰ ਕੇਂਦਰ ਸਰਕਾਰ ਪ੍ਰਸਤਾਵ ਮੰਨ ਲੈਂਦੀ ਹੈ ਤੁਹਾਡੇ, ਤਾਂ ਬਾਕੀ ਜਥੇਬੰਦੀਆਂ ਦੀ ਗੱਲ ਕੀਤੀ ਜਾਵੇ, ਜੇਕਰ ਉਹ ਇਹ ਗੱਲ ਕਹਿੰਦੀਆਂ ਵੀ ਕਾਨੂੰਨ ਰੱਦ ਹੋਣੇ ਚਾਹੀਦੇ ਆ, ਤਾਂ ਫਿਰ BKJ ਉਗਰਾਹਾਂ ਦਾ ਕੀ ਸਟੈਂਡ ਹੋਊਗਾ? ਦੇਖੋ, ਸਾਰੀਆਂ ਜਥੇਬੰਦੀਆਂ ਇੱਕ ਕਿਸਮ ਦਾ ਰੱਦ ਸ਼ਬਦ ਨਾ ਵਰਤਣ ਤੇ, ਜਿਵੇਂ ਮੈਂ ਕਿਹਾ, ਇਹ ਤੇ ਕੋਈ ਸਹਿਮਤ ਨਾ ਸਹਿਮਤ ਹੋਣ, ਇਹ ਗੱਲ ਨਹੀਂ ਹੈ। ਕਿਉਂਕਿ ਉਹ ਵੀ ਪਹਿਲਾਂ ਵਾਲੀਆਂ ਮੰਡੀਆਂ ਜਿਵੇਂ ਚੱਲਦੀਆਂ ਸੀ, ਉਹ ਮੰਡੀਆਂ ਚਾਹੁੰਦੇ ਨੇ। ਪਹਿਲਾਂ ਵੀ ਜਿਹੜੀ ਕੰਟਰੈਕਟ ਫਾਰਮਿੰਗ ਚੱਲਦੀ ਸੀ, ਉਹ ਕੰਟਰੈਕਟ ਫਾਰਮ ਤੇ ਕਿਸੇ ਦਾ ਇਤਰਾਜ਼ ਨਹੀਂ ਹੈ। ਜੇ ਚੱਲ ਇਤਰਾਜ਼ ਹੋ ਫਿਰ ਲੜਿਆ ਜਾਊਗਾ, ਕਿਉਂਕਿ ਪੰਜਾਬ ਉਹ ਸੂਬੇ ਦਾ ਸਬਜੈਕਟ ਹੈ, ਖੇਤੀ ਐਗਰੀਕਲਚਰ ਹੈ ਜਿਹੜੀ ਸਟੇਟ ਸਬਜੈਕਟ ਹੈ। ਇਸ ਕਰਕੇ ਉਹ ਲੜਾਈ ਲੜੀ ਜਾਊਗੀ ਜੇ ਕਿਸੇ ਦਾ ਇਤਰਾਜ਼ ਹੋਊਗਾ। ਸਰਕਾਰ ਆਪਦੇ ਕੋਲੋਂ ਤਾਂ ਲਾਹੇ ਨਾ, ਜੋ ਕੇਂਦਰ ਨੇ ਕੀਤਾ ਹੈ, ਕੇਂਦਰ ਆਪਦੇ ਕੀਤੇ ਹੋਏ ਫੈਸਲੇ ਤਾਂ ਵਾਪਸ ਲਵੇ ਨਾ। ਇਹ ਤਾਂ ਇਹ ਸਵਾਲ ਹੈ। ਪਿਛਲੀ ਵਾਰ ਦੀ ਮੀਟਿੰਗ 'ਚ ਨਾ ਇੱਕ ਵੀਡੀਓ ਵਾਇਰਲ ਹੋ ਰਹੀ ਆ, ਰਕੇਸ਼ ਟਿਕੈਤ ਅਤੇ ਜੋ ਕੇਂਦਰੀ ਮੰਤਰੀ ਜੋ ਨੇ ਖੇਤੀਬਾੜੀ ਨਰਿੰਦਰ ਤੋਮਰ ਤੇ ਪਿਊਸ਼ ਗੋਇਲ, ਉਹਨਾਂ ਨੂੰ ਕਹਿ ਰਹੇ ਆ ਵੀ 40 ਜਥੇਬੰਦੀਆਂ ਸਾਡੇ ਕੋਲ ਰਿਕਾਰਡ ਆ, ਸਾਡਾ ਮੂੰਹ ਨਾ ਖਲਵਾਓ। ਆਖਿਰਕਾਰ ਅਜਿਹੀ ਕਿਹੜੀ ਚੀਜ਼ ਆ ਜਿਹੜੀ 40 ਜਥੇਬੰਦੀਆਂ ਬਾਰੇ ਕਹਿ ਰਹੀ ਆ? ਕੋਈ ਹੈ ਤੁਹਾਡੇ ਕੋਲ ਇਸ ਬਾਰੇ? 40 ਜਥੇਬੰਦੀਆਂ ਸਾਰੀਆਂ ਇਕਜੁੱਟ ਹੋ ਕੇ ਕਹਿੰਦੀਆਂ ਨੇ ਵੀ ਕਾਨੂੰਨ ਰੱਦ ਕਰੋ, MSP ਦਾ ਕਾਨੂੰਨ ਬਣਾਓ। ਇਹੀ ਰਿਕਾਰਡ ਹੋਣਾ ਟਿਕੈਤ ਕੋਲੇ, ਹੋਰ ਕੀ ਟਿਕੈਤ ਕੋਲੇ ਰਿਕਾਰਡ ਹੈ? ਪਿਊਸ਼ ਗੋਇਲ ਕਹਿ ਰਹੇ ਸਨ 40 ਜਥੇਬੰਦੀਆਂ ਨੂੰ ਵੀ ਸਾਡਾ ਮੂੰਹ ਨਾ ਖਲਵਾਓ, ਕੱਲੇ ਜਥੇਬੰਦੀ ਦਾ ਸਾਡੇ ਕੋਲ ਰਿਕਾਰਡ ਹੈ। ਇਹ ਤਾਂ ਉਹਨਾਂ ਨੂੰ ਪਤਾ ਹੋਣਾ, ਫਿਰ ਉਹਨਾਂ ਦੇ ਸਵਾਲ ਹੁੰਦਾ ਤਾਂ ਪਿਊਸ਼ ਗੋਇਲ ਤੇ ਹੁੰਦਾ, ਉਹ ਦੱਸੇ ਕਿਹਦਾ ਕੀ ਰਿਕਾਰਡ ਹੈ, ਕਿਹੜੀ ਜਥੇਬੰਦੀ ਕੀ ਕਹਿੰਦੀ ਹੈ। ਉਹ ਖੁੱਲ੍ਹੇਆਮ ਮੈਦਾਨ ਦੱਸਣ ਤਾਂ ਕਿ ਲੋਕ ਪੁੱਛਣ ਵੀ ਕੌਣ ਕਿਹੜੀ ਜਥੇਬੰਦੀ ਕੀ ਰਿਕਾਰਡ ਹੈ ਉਹਨਾਂ ਕੋਲੇ। ਇਹ ਲੁਕੋ ਕੇ ਕਿਉਂ ਰੱਖਦੇ ਆ? ਇਹ ਸ਼ੰਕੇ ਖੜੇ ਕਰਨ ਦੀ ਗੱਲ ਹੈ, ਇਹ ਲੋਕ ਜਥੇਬੰਦੀਆਂ ਨੂੰ ਪਾੜਨ ਦੀ ਗੱਲ ਹੈ। ਕਿਹਦਾ ਰਿਕਾਰਡ ਹੁਣ ਤੱਕ ਓਪਨ ਨਾ ਕੀਤਾ ਹੁੰਦਾ ਉਹਨਾਂ ਨੇ, ਕਰ ਦੇਣ ਓਪਨ। ਕਿਹੜੀ ਦਾ ਰਿਕਾਰਡ ਉਹਨਾਂ ਕੋਲ ਹੈਗਾ? ਜਿਹੜੀ ਜਥੇਬੰਦੀਆਂ ਦੀ ਉਹ ਲੜਾਈ ਤਾਂ ਜਾਰੀ ਹੈਗੀ ਆ, ਪਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਹਨਾਂ ਦੀ ਕਮੀ ਜ਼ਰੂਰ ਰੜ ਕਰੀ ਆ ਹਰ ਇੱਕ ਨੂੰ। ਹਾਲਾਂਕਿ ਇਨਪੁਟ ਤਾਂ ਰਹਿੰਦੀ ਆ, ਚਾਹੇ ਖੇਤੀਬਾੜੀ ਮੰਤਰੀ ਹੋਣ ਚਾਹੇ ਰੇਲ ਮੰਤਰੀ, ਤਾਂ ਉਹਨਾਂ ਦੀ ਕਮੀ ਤੁਹਾਨੂੰ ਵੀ ਮਹਿਸੂਸ ਹੋ ਰਹੀ ਆ ਵੀ ਉਹ ਵਿੱਚ ਗੱਲਬਾਤ ਦੇ ਆਉਣ ਤਾਂ ਹੱਲ ਜਲਦੀ ਹੋ ਸਕਦਾ। ਉਹਨੇ ਆਪਦੀ ਤਾਕਤ ਆਪਦੀ ਮੁੱਠੀ 'ਚ ਰੱਖੀ ਹੋਈ ਹੈ, ਜਾਂ ਗ੍ਰਹਿ ਮੰਤਰੀ ਕੋਲੇ ਆਪਦੀ ਤਾਕਤ ਉਹਦੀ ਮੁੱਠੀ 'ਚ ਰੱਖੀ ਹੋਈ ਹੈ। ਦੋਨੇ ਵੱਡੀਆਂ ਤਾਕਤਾਂ ਨੇ, ਦੋਨੇ ਪਾਵਰ ਹੈ। ਸੈਕੰਡ ਪਾਵਰ ਅਮਿਤ ਸ਼ਾਹ ਹੈ, ਫਸਟ ਪਾਵਰ ਮੋਦੀ ਹੈ। ਮੋਦੀ ਨੇ ਪਾਵਰ ਆਪਦੀ ਮੁੱਠੀ 'ਚ ਰੱਖੀ ਹੈ, ਆਪਦੀ ਪਾਵਰ ਤੋਮਰ ਸਾਹਿਬ ਨੂੰ ਦੇ ਕੇ ਭੇਜੇ ਤਾਂ ਕਿ ਤੋਮਰ ਸਾਹਿਬ ਕੋਈ ਡਿਸੀਜਨ ਲੈ ਸਕੇ। ਅਸਲ 'ਚ ਮੋਦੀ ਸਾਹਿਬ ਨੇ ਮੋਦੀ ਹੈ ਤਾਂ ਮੁਮਕਿਨ ਹੈ ਉਹ ਵਾਲੀ ਗੱਲ ਸਾਬਤ ਕੀਤੀ। ਤੇ ਇਸ ਤੋਂ ਇਲਾਵਾ ਜੇਕਰ BKJ ਉਗਰਾਹਾਂ ਦੀ ਗੱਲ ਕੀਤੀ ਜਾਵੇ ਤਾਂ ਟਰੈਕਟਰ ਮਾਰਚ ਸ਼ੁਰੂ ਕੀਤਾ ਗਿਆ, ਤਾਂ ਉਸ ਦਾ ਸਿੱਟਾ ਕੀ ਨਿਕਲਦਾ? ਕੁਝ ਲੱਗਦਾ ਉਸ ਦੇ ਵਿੱਚੋਂ ਕੁਝ ਨਿਕਲੂ? ਟਰੈਕਟਰ ਮਾਰਚ ਤਾਂ ਲੋਕਾਂ ਨੂੰ, ਹਰਿਆਣੇ ਦੇ ਲੋਕਾਂ ਨੂੰ ਵੈਰ ਕਰਨ ਦੀ ਖਾਤਰ ਹੈ, ਆਪਦੀ ਗੱਲ ਪੁੱਟ ਕਰਨ ਦੀ ਖਾਤਰ ਹੈ। ਜਿਹੜੇ ਬੱਚਾ ਹਰਿਆਣੇ ਦਾ ਘਰਾਂ 'ਚ ਬੈਠਾ ਉਹਨਾਂ ਨੂੰ ਗੱਲ ਪਹੁੰਚਾਉਣ ਦੀ ਖਾਤਰ ਹੈ। ਆਪਦੇ ਲੋਕਾਂ ਨੂੰ ਕਿਰਤੀਆਂ ਦੇ ਹੱਕਾਂ ਦੀ, ਰੋਟੀ ਦੇ ਸਵਾਲ ਦੀ ਨੂੰ ਜਗਾਉਣ ਦੀ ਖਾਤਰ ਹੈ। ਇੱਥੇ ਬੇਰੁਜ਼ਗਾਰੀ ਕਿਉਂ ਹੈ, ਪਬਲਿਕ ਸੈਕਟਰ ਨੂੰ ਕਿਉਂ ਵੇਚਿਆ ਜਾ ਰਿਹਾ, ਕਾਰਪੋਰੇਟ ਘਰਾਣੇ ਦੇ ਹਿੱਤ ਕਿਵੇਂ ਪੂਰੇ ਜਾ ਰਹੇ ਨੇ, ਇਹ ਗੱਲ ਲੋਕਾਂ ਤੱਕ ਲਿਜਾਉਣ ਦੀ ਜ਼ਰੂਰਤ ਹੈ। ਇਹਦੇ ਕਰਕੇ ਸਾਡਾ ਟਰੈਕਟਰ ਮਾਰਚ ਕੀਤਾ ਸੀ, ਪਹਿਲਾਂ ਪੰਜਾਬ 'ਚ ਵੀ ਕੀਤਾ ਹੈ, ਹੁਣ ਹਰਿਆਣਾ ਨੂੰ ਅਵੇਅਰ ਕਰਕੇ ਪੰਜਾਬ ਦੀ ਤਰ੍ਹਾਂ ਉਠਾ ਦੇਣਾ। ਉਸ ਤੋਂ ਬਾਅਦ ਰਾਜਸਥਾਨ 'ਚ ਵੀ ਦੇਖਾਂਗੇ, ਹੋਰ ਸਟੇਟਾਂ 'ਚ ਵੀ ਦੇਖਾਂਗੇ। ਅਸੀਂ ਪਲਾਨ ਕਰਦੇ ਰਹਾਂਗੇ, ਜਿੰਨਾ ਚਿਰ ਇੱਥੇ ਬੈਠੇ ਹਾਂ ਅਸੀਂ ਮਾਰਚ ਕਰਦੇ ਰਹਾਂਗੇ। ਤੇ ਇਸ ਤੋਂ ਇਲਾਵਾ ਜੋ ਸੰਯੁਕਤ ਕਿਸਾਨ ਮੋਰਚੇ ਦੁਆਰਾ ਐਲਾਨ ਕੀਤਾ ਗਿਆ ਕਿ 26 ਤਰੀਕ ਨੂੰ ਟਰੈਕਟਰ ਪਰੇਡ ਹੋਵੇਗੀ, ਤਾਂ ਉਸ ਦਾ ਹਿੱਸਾ ਬਣੇਗਾ BKJ ਉਗਰਾਹਾਂ ਜਾਂ ਤਾਲਮੇਲ ਵੀ ਢੰਗ 'ਚ ਰਹੇਗਾ? 26 ਬਹੁਤ ਦੂਰ ਪਈ ਆ, ਉਦੋਂ ਤੱਕ ਸੋਚਾਂਗੇ ਕਿਵੇਂ ਮਾਰਚ ਕਰਨਾ, ਕਿਵੇਂ ਉਹਨਾਂ ਨਾਲ ਪੁੱਛਾਂਗੇ ਵੀ ਤੁਹਾਡੀ ਕੀ ਸਕੀਮ ਹੈ, ਕੀ ਪਲਾਨ ਹੈ, ਕਿਉਂਕਿ ਐਲਾਨ ਹੀ ਹੋਇਆ। ਉਸ ਦਿਨ ਸੰਯੁਕਤ ਮੋਰਚੇ ਦੀ ਮੀਟਿੰਗ, ਕੋਈ ਪਲਾਨ ਨਹੀਂ, ਸਕੀਮ ਨਹੀਂ ਬਣ ਸਕੀ ਕਿਉਂਕਿ 26 ਦੂਰ ਹੈ। ਜਦੋਂ 26 ਆਊਗੀ ਦੇਖ ਲਾਂਗੇ ਉਹਨਾਂ ਨਾਲ ਰਾਏ ਕਰਕੇ ਕੀ ਕਹਿੰਦੇ ਨੇ, ਮੈਂ ਕਰ ਲਾਂ। BKJ ਉਗਰਾਹਾਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਗੱਲ ਹਮੇਸ਼ਾ ਤੁਸੀਂ ਕਹਿੰਦੇ ਹੋ ਵੀ ਤਾਲਮੇਲ ਵੀ ਢੰਗ 'ਚ ਆ। ਤੁਹਾਨੂੰ ਲੱਗਦਾ ਵੀ ਇਹ ਚੀਜ਼ਾਂ ਪੰਜਾਬ 'ਚ ਵੀ ਹੋਣੀਆਂ ਚਾਹੀਦੀਆਂ ਸੀਗੀਆਂ? ਕਿਉਂਕਿ ਬਹੁਤ ਚੀਜ਼ਾਂ ਐਡਰੈਸ ਹੀ ਨਹੀਂ ਹੋ ਸਕੀਆਂ। ਚਾਹੇ ਮੁਕਤਸਰ ਦੀ ਗੱਲ ਕਰ ਲਈ, ਉੱਥੇ ਸੇਮ ਦੀ ਸਮੱਸਿਆ ਹੈਗੀ ਆ। ਇਸ ਤੋਂ ਇਲਾਵਾ ਕਰਜ਼ਾ ਮਾਫੀ ਦੀ ਗੱਲ ਸਰਕਾਰਾਂ ਨੇ ਕਹਿ ਦਿੱਤਾ, ਤੇ ਅੱਜ ਸ਼ਾਇਦ ਜਥੇਬੰਦੀਆਂ ਇਕੱਠੀਆਂ ਹੁੰਦੀਆਂ ਉਸ ਮੁੱਦੇ ਨੂੰ ਲੈ ਕੇ ਤਾਂ ਹੱਲ ਹੋ ਸਕਦਾ ਸੀ। ਅੱਜ ਜਿਵੇਂ ਹੋਊਗਾ ਵੀ ਲੱਗਦਾ ਕਮੀ ਰਹੀ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਮੀ ਨਹੀਂ ਰੜਕੂਗੀ। ਦੇਖੋ, ਪੰਜਾਬ ਵਾਲਾ ਮਸਲਾ ਪੰਜਾਬ 'ਚ ਜਾ ਕੇ ਨਜਿੱਠਾਂਗੇ। ਆਹ ਮਿਨੀਮਮ ਪ੍ਰੋਗਰਾਮ ਤੇ ਅਸੀਂ ਇਕੱਠੇ ਹਾਂ ਕਾਨੂੰਨ ਵਾਲੇ ਮਸਲੇ ਤੇ। ਹਿੰਦੁਸਤਾਨ ਦੀਆਂ ਜਥੇਬੰਦੀਆਂ ਇਕੱਠੀਆਂ ਹੋ ਗਈਆਂ, ਪੰਜਾਬ ਦੀਆਂ ਇਕੱਠੀਆਂ ਹੋ ਗਈਆਂ। ਉਹ ਪੰਜਾਬ ਵਾਲੇ ਮੁੱਦਿਆਂ ਤੇ ਅਸੀਂ ਲੜਾਂਗੇ। ਕਿਹਦੇ ਨਾਲ ਸਾਂਝ ਬਣਦੀ ਹੈ, ਕਿੰਨੀ ਕੁ ਬਣਦੀ ਹੈ, ਉਹ ਤਾਂ ਉੱਥੇ ਜਾ ਕੇ ਵਿਚਾਰੀ ਜਾਊ। ਅਸੀਂ ਆਪਦੀ ਜਥੇਬੰਦੀ ਵੱਲੋਂ ਸਕੀਮ ਹੈ, ਅਸੀਂ ਲੜਾਂਗੇ ਸਿੱਧਾ ਪੰਜਾਬ ਸਰਕਾਰ ਨਾਲ, ਦੇਵਾਂਗੇ ਟੱਕਰ। ਨਹੀਂ ਜੋਗਿੰਦਰ ਜੀ, ਤੁਹਾਨੂੰ ਇਹ ਮਹਿਸੂਸ ਕੀਤੀ ਤੁਸੀਂ ਇਹ ਗੱਲ ਖੁਦ, ਜੇ ਗੱਲ ਕੀਤੀ ਜਾਵੇ ਤੁਹਾਡੀ, ਵੀ ਬਾਕੀ ਜਿਹੜੀਆਂ ਮੰਗਾਂ, ਚਾਹੇ ਹੁਕੂਮਤ ਕੋਈ ਹੋਵੇ, ਚਾਹੇ ਕੇਂਦਰ ਸਰਕਾਰ ਹੋਵੇ, ਚਾਹੇ ਪੰਜਾਬ ਸਰਕਾਰ, ਰਵੱਈਆ ਹਰ ਇੱਕ ਦਾ ਇੱਕੋ ਰਹਿੰਦਾ ਵੀ ਉੱਥੇ ਵੀ ਜੇਕਰ ਇਸੇ ਤਰ੍ਹਾਂ ਜਾ ਕੇ ਲੜਿਆ ਜਾ ਸਕੇ ਵੀ ਹੱਲ ਬਾਤ ਇਹ ਤੋਂ ਪਹਿਲਾਂ ਵੀ ਹੋ ਸਕਦਾ ਸੀਗਾ, ਵੀ ਜਾਂ ਫਿਰ ਇੱਕ ਜਿਹੜਾ ਦੂਰੀ ਬਣਾ ਕੇ ਰੱਖਣਾ ਚਾਹੁੰਦੇ ਆ। ਕਿਉਂਕਿ ਅੱਜ ਜੇ ਸਿਸਟਮ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਜਥੇਬੰਦੀਆਂ 'ਚ ਵੀ ਉਹੀ ਗੱਲ ਹੋ ਰਹੀ ਆ ਵੀ ਇਹ ਡਕੌਂਦਾ ਵਾਲਾ, ਇਹ ਉਗਰਾਹਾਂ ਵਾਲਾ, ਇਹ ਲੱਖੋਵਾਲ ਧੜਾ, ਇਹ ਜਿਹੀ ਚੀਜ਼ ਨੂੰ ਲੱਗਦਾ ਇਹ ਪਾੜ ਖਤਮ ਹੋਣਗੇ। ਜੇ ਮੁੱਦਿਆਂ ਤੇ ਸਾਂਝ ਬਣ ਜੇ, ਜਿਨ੍ਹਾਂ ਦੀ ਸਾਂਝ ਬਣ ਜਾਂਦੀ ਹੈ ਲੜਨਗੇ। ਮੁੱਦਿਆਂ ਤੇ ਸਾਰਿਆਂ ਦੀ ਸਾਂਝ ਬਣ ਜਾਂਦੀ ਹੈ, ਐਕਸ਼ਨ ਪਲਾਨ ਤੇ ਨਹੀਂ ਸਾਂਝ ਬਣਦੀ।
ਕਿਹੜਾ ਐਕਸ਼ਨ ਕਰਨਾ ਚਾਹੀਦਾ, ਕਿਵੇਂ ਉੱਥੇ ਰੌਲੇ ਪੈਂਦੇ ਆ, ਉਹ ਐਕਸ਼ਨ ਪਲਾਨ ਕਰ ਲੈਣਗੇ। ਜੇ ਕੋਈ ਕਰਜ਼ੇ ਦੇ ਮੁੱਦੇ ਲੜਨਾ ਚਾਹੁੰਦਾ, ਅਸੀਂ ਕਰਜ਼ੇ ਦੇ ਮੁੱਦੇ ਲੜਾਂਗੇ। ਪੰਜਾਬ ਵਾਲੀਆਂ ਮੰਗਾਂ ਤੇ ਕੁਝ ਜਥੇਬੰਦੀਆਂ ਇਕੱਠੀਆਂ ਹੋ ਕੇ ਲੜ ਲੈਂਦੀਆਂ ਨੇ, ਕੋਈ ਅੱਡੋ ਅੱਡ ਲੜਦੀਆਂ ਨੇ। ਜੇ ਇੱਕ ਮੁੱਦੇ ਤੇ ਸਾਰੇ ਲੜਦੇ ਨੇ ਤਾਂ ਉਹ ਮਾੜਾ ਨਹੀਂ, ਇੱਕੋ ਹੀ ਗੱਲ ਹੈ। ਉਹ ਮੁੱਦੇ ਤੇ ਸੱਟ ਇੱਕੋ ਸਟੇਟ ਤੇ ਸੱਟ ਮਾਰਨੀ ਹੈ ਤਾਂ ਮੁੱਦੇ ਇਸ਼ੂ ਇੱਕ ਹੋਵੇ, ਲੜਨ ਆਪਦੇ ਆਪਦੇ ਤਰੀਕੇ ਨਾਲ, ਇਹ ਕੋਈ ਮਾੜਾ ਨਹੀਂ ਹੁੰਦਾ। ਸਟੇਜਾਂ 'ਤੇ ਰੌਲਾ ਪੈਣ ਨਾਲੋਂ ਚੰਗਾ ਹੈ ਉਹ ਇੱਕ ਮੁੱਦੇ ਨੂੰ ਲੈ ਕੇ ਘੱਟੋ ਘੱਟ ਸਹਿਮਤੀ ਕਰਕੇ ਲੜਨ, ਬਹੁਤ ਵਧੀਆ ਹੈ। ਤਾਂ ਕਿਸਾਨ ਜਥੇਬੰਦੀਆਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਨੂੰ ਸੰਘਰਸ਼ ਕਰਨਾ ਤਾਂ ਸਿਖਾਤਾ ਉਹਨਾਂ ਨੇ, ਪੰਜਾਬ 'ਚ ਵੀ ਲਗਾਤਾਰ ਸੰਘਰਸ਼ ਕਰ ਰਹੇ। ਤੁਹਾਨੂੰ ਲੱਗਦਾ ਇਹ ਜਥੇਬੰਦੀਆਂ 'ਚ ਕਮੀ ਹੈਗੀ ਆ ਵੀ ਸੰਘਰਸ਼ ਤਾਂ ਕਰਦੇ ਆ ਪਰ ਉਹਨਾਂ ਨੂੰ ਕੋਈ ਬਦਲ ਨਹੀਂ ਦਿੱਤਾ ਜਾਂਦਾ? ਵੀ ਸ਼ਾਇਦ ਕਿੰਨੇ ਸਾਲ ਹੋ ਗਏ, ਮੈਨੂੰ ਲੱਗਦਾ 30-35 ਸਾਲ ਤੁਹਾਨੂੰ ਹੋ ਗਏ ਸੰਘਰਸ਼ ਦੇ ਵਿੱਚ, ਵੀ ਕੋਈ ਬਦਲ ਦਿੱਤਾ ਜਾਂਦਾ, ਕੋਈ ਮਾਡਲ ਦਿੱਤਾ ਜਾਂਦਾ ਕਿਸਾਨਾਂ ਨੂੰ ਵੀ ਤੁਸੀਂ ਇਸ ਤਰ੍ਹਾਂ ਖੇਤੀ ਕਰ ਸਕਦੇ ਹੋ, ਵੀ ਇਸ ਤਰ੍ਹਾਂ ਬਚਿਆ ਜਾ ਸਕਦਾ, ਜਾਂ ਸਿਰਫ ਧਰਨੇ ਪ੍ਰਦਰਸ਼ਨ ਕਰਨਾ ਹੀ ਇੱਕ ਚੀਜ਼ ਜਿਹੜਾ ਹਾਲੇ ਤੱਕ ਸਿਖਾਇਆ ਜਾ ਰਿਹਾ? ਦੇਖੋ, ਧਰਨੇ ਪ੍ਰਦਰਸ਼ਨ ਕਰਕੇ ਮਾਡਲ ਦੇਣਾ, ਇਹ ਦੋ ਗੱਲਾਂ ਅੱਡੋ ਅੱਡ ਨੇ। ਅਸੀਂ ਤਾਂ ਸਿਰਫ ਇੱਕ ਗੱਲ ਸਿਖਾਉਂਦੇ ਹਾਂ ਲੋਕਾਂ ਨੂੰ, ਜੇ ਤੁਸੀਂ ਇਕੱਠੇ ਹੋ ਤੁਹਾਡੀ ਤਾਕਤ ਨਾਲ ਉਹ ਗੱਲਾਂ ਹੋ ਜਾਂਦੀਆਂ ਨੇ ਜਿਹੜੀਆਂ ਸਰਕਾਰ ਕਰਨਾ ਨਹੀਂ ਚਾਹੁੰਦੀ। ਜਿਹੜੀਆਂ ਗੱਲਾਂ ਤੁਸੀਂ ਇਹ ਕਹਿੰਦੇ ਹੋ ਵੀ ਕੋਈ ਸਰਕਾਰ ਅਥਾਰਟੀ ਇਹਨਾਂ ਨੂੰ ਗੱਲਾਂ ਕਰੂਗੀ, ਉਹ ਤੁਸੀਂ ਆਪਦੀ ਤਾਕਤ ਨਾਲ ਮਨਵਾ ਲੈਂਦੇ ਹੋ। ਜਿਵੇਂ ਖੁਦਕੁਸ਼ੀਆਂ ਦਾ ਮਾਮਲਾ ਹੈ, ਅਸੀਂ ਨੇ ਲਿਆ, ਲੜ ਕੇ ਲਿਆ, ਸਾਨੂੰ ਕਹਿੰਦੇ ਸੀ ਮੋਇਆਂ ਦੇ ਪੈਸੇ ਮਿਲਦੇ ਨਹੀਂ ਹੁੰਦੇ। ਜਿਵੇਂ ਕੁਰਕੀਆਂ ਨਾਲ ਬੰਦ ਕਰਨਾ ਹੈ, ਅਸੀਂ ਨੇ ਕਰਵਾਇਆ, ਕਿਸੇ ਹੁਕਮ ਕੋਈ ਕਾਨੂੰਨ ਨਹੀਂ ਬਣਿਆ ਹੋਇਆ। ਜਿਵੇਂ ਗ੍ਰਿਫਤਾਰ ਕਿਸਾਨਾਂ ਦੀ ਗ੍ਰਿਫਤਾਰੀਆਂ ਹੁੰਦੀਆਂ ਰਹੀਆਂ ਨੇ, ਪਹਿਲਾਂ ਫੜ ਕੇ ਗ੍ਰਿਫਤਾਰ ਕਰਕੇ ਕਿਸਾਨਾਂ ਨੂੰ ਜੇਲ੍ਹਾਂ 'ਚ ਭੇਜ ਦਿੰਦੇ, ਉਹ ਅਸੀਂ ਨੇ ਬੰਦ ਕਰਵਾਇਆ। ਜਾਂ ਜ਼ਮੀਨਾਂ ਜਬਰੀ ਕੈਰ ਕਰਨ ਦਾ ਮਸਲਾ, ਉਹ ਜਥੇਬੰਦੀਆਂ ਨੇ ਲੜ ਕੇ ਕਰਵਾਇਆ। ਜਿੰਨੀ ਕਿੰਨੀਆਂ ਗੱਲਾਂ ਨੇ ਉਹ, ਜਿਵੇਂ ਹੁਣ ਤੁਸੀਂ ਦੇਖਿਓ ਮਨਜੀਤ ਧਨੇਰ ਦੀ ਸਜ਼ਾ ਪਿਛਲੇ ਸਾਲ ਹੀ ਅਸੀਂ ਮਾਫ ਕਰਵਾਈ ਹੈ, ਉਹ ਲੜ ਕੇ ਕਰਵਾਈ ਹੈ। ਜਾਨੀ ਅਸੀਂ ਤਾਂ ਲੋਕਾਂ ਨੂੰ ਇਹ ਦੱਸਿਆ ਵੀ ਤੁਸੀਂ ਆਪਦੀ ਤਾਕਤ ਕਦੇ ਆਪਦੇ ਖਾਤਰ ਵਰਤ ਕੇ ਦੇਖੋ, ਉਹਦੇ ਨਾਲ ਜਿੱਤਾਂ ਹੁੰਦੀਆਂ ਨੇ। ਹਾਕਮਾਂ ਨੂੰ ਵੀ ਜਿਹੜੀ ਤਾਕਤ ਦਿੱਤੀ ਉਹ ਤੁਸੀਂ ਦਿੱਤੀ ਹੋਈ ਹੈ, ਤੁਹਾਡੀ ਤਾਕਤ ਵਰਤ ਕੇ ਤੁਸੀਂ ਆਪਦੇ ਮਸਲੇ ਆਪ ਹੱਲ ਕਰ ਸਕਦੇ ਹੋ। ਸਰਕਾਰਾਂ ਤੋਂ ਇਹ ਨਹੀਂ ਵੀ ਸਰਕਾਰ ਨੂੰ ਪਹਿਲਾਂ ਬਣਾਓ ਫਿਰ ਉਹ ਤੋਂ ਮੰਗ ਕਰੋ ਵੀ ਸਾਡੀ ਗੱਲ ਦੇਵੇ। ਇਸ ਕਰਕੇ ਤੁਹਾਡੀ ਤਾਕਤ ਜੇ ਇਕੱਠੀ ਹੈ ਫਿਰ ਸਰਕਾਰਾਂ ਦੇ ਨੂੰ ਤੋਂ ਝਿਪਣਾ ਪਊਗਾ, ਦਬਣਾ ਪਊਗਾ। ਇਹ ਤਾਕਤ ਇਕੱਠੀ ਰੱਖ ਕੇ ਸਰਕਾਰ ਤੇ ਦਬਾਅ ਬਣਾ ਕੇ ਆਪਣੀਆਂ ਮੰਗਾਂ ਹਾਸਲ ਕਰੋ। ਤਾਂ ਜਿਸ ਤਰ੍ਹਾਂ ਤੁਸੀਂ ਜੋ ਜਥੇਬੰਦੀਆਂ ਨੇ ਹੁਣ ਤੱਕ ਕੰਮ ਕੀਤੇ ਉਹ ਤਾਂ ਗਿਣਾਏ, ਉਹੀ ਗੱਲ ਮੈਂ ਨਾਲ ਐਡ ਕਰਨਾ ਚਾਹੁੰਦਾ। ਜਿਸ ਤਰ੍ਹਾਂ ਮੈਂ ਪਹਿਲਾਂ ਸਵਾਲ ਕੀਤਾ ਵੀ ਲੋਕ ਤੁਹਾਡੀ ਗੱਲ ਮੰਨਦੇ ਆ ਤਾਂ ਉਹ ਐਡੇ ਵੱਡੇ ਕੰਮ ਹੋ ਜਾਂਦੇ, ਲੋਕ ਜਾਗਰੂਕ ਹੁੰਦੇ ਆ, ਤੁਹਾਡੀ ਗੱਲ ਸੁਣਦੇ ਆ। ਤੁਹਾਨੂੰ ਲੱਗਦਾ ਵੀ ਇਹ ਗੱਲ ਵੀ ਲੋਕਾਂ ਤੱਕ, ਕਿਸਾਨਾਂ ਤੱਕ ਪਹੁੰਚਾਉਣੀ ਚਾਹੀਦੀ ਆ? ਕਿਉਂਕਿ ਚਾਹੇ ਪੰਜਾਬ ਦੇ ਪਾਣੀਆਂ ਦੀ ਗੱਲ ਕਰ ਲਈਏ, ਉਹ ਡਾਰਕ ਜ਼ੋਨ 'ਚ ਜਾ ਰਹੇ ਆ। ਆਉਣ ਵਾਲੇ ਸਮੇਂ 'ਚ ਅੱਜ ਖੇਤੀ ਲਈ ਤਾਂ ਆਪਾਂ ਲੜ ਰਹੇ ਹਾਂ, ਪਰ ਆਉਣ ਵਾਲੇ ਸਮੇਂ 'ਚ 30 ਸਾਲਾਂ 'ਚ ਪੰਜਾਬ ਦਾ ਪਾਣੀ ਕਿੱਥੇ ਹੋਵੇਗਾ, ਇਸ ਪ੍ਰਤੀ ਵੀ ਜਾਗਰੂਕ ਕਰਨਾ ਚਾਹੀਦਾ। ਮਾਡਲ ਕੋਈ ਦੇਣਾ ਚਾਹੀਦਾ ਵੀ ਤਾਂ ਜੋ ਲੋਕ ਤੁਹਾਡੀ ਗੱਲ ਸੁਣਦੇ ਨੇ, ਕਿਸਾਨ ਨੇ, ਉਸ ਤੇ ਅਮਲ ਕਰ ਸਕਣ, ਉਹਨਾਂ ਨੂੰ ਵੀ ਇੱਕ ਚੀਜ਼ ਅਵੇਅਰ ਕੀਤਾ ਜਾ ਸਕੇ। ਦੇਖੋ, ਇਹ ਰਾਜਨੀਤਿਕ ਇਸ਼ੂ ਨੇ, ਵੱਡੇ ਇਸ਼ੂ ਨੇ। ਇਹਦੇ ਵਾਸਤੇ ਵੱਡੇ ਵੱਡੇ ਮਾਹਰਾਂ ਦੀ ਲੋੜ ਹੈ, ਵੱਡੇ ਵੱਡੇ ਵਿਗਿਆਨੀਆਂ ਦੀ ਲੋੜ ਹੈ। ਇਹਦੇ ਅਦਾਰੇ ਅੱਡ ਨੇ ਜਿਨ੍ਹਾਂ ਨੇ ਜਨਤਾ ਨੂੰ ਅਵੇਅਰ ਕਰਕੇ ਸਿੱਧੀ ਸੇਧ ਦੇਣੀ ਹੈ। ਇਹ ਅਸਲ 'ਚ ਅਦਾਰੇ ਲੋਕਾਂ ਦੀ ਖਾਤਰ ਕੰਮ ਕਰਨ, ਸਹੀ ਦਿਸ਼ਾ ਦੇਣ, ਇਹ ਅਜੇ ਹੈ ਨਹੀਂ। ਕਿਉਂਕਿ ਹਾਕਮ ਪਾਰਟੀਆਂ ਦੇ ਉੱਤੇ ਜਿਹੜੇ ਨੇ ਕਾਰਪੋਰੇਟ ਅਦਾਰੇ ਭਾਰੀ ਨੇ, ਉਹ ਉੱਤੋਂ ਦੀ ਪਏ ਹੋਏ ਨੇ। ਜੋ ਕਾਰਪੋਰੇਟ ਅਦਾਰੇ ਕਹਿੰਦੇ ਨੇ, ਉਹ ਜਿਹੜੀਆਂ ਖੇਤੀ ਕੰਪਨੀਆਂ ਨੇ, ਜਿਹੜੇ ਖੇਤੀ ਦੇ ਮਤਲਬ ਮਾਹਰ ਨੇ, ਉਹੀ ਗੱਲਾਂ ਸੁਝਾਉਂਦੇ ਨੇ ਲੋਕਾਂ ਨੂੰ ਜਿਹੜੀਆਂ ਕਾਰਪੋਰੇਟ ਸੈਕਟਰ ਦੇ ਹਿੱਤ ਨੂੰ ਪੂਰਦੀਆਂ ਨੇ। ਇਸ ਕਰਕੇ ਇਹ ਮਾੜਾ ਰੁਝਾਨ ਹੈ ਜਿਹੜਾ ਸਿਸਟਮ ਬਦਲ ਤੋਂ, ਜਿਹੜਾ ਸਿਸਟਮ ਬਦਲੀ ਹੈ, ਸਿਸਟਮ ਦੇ ਵਿੱਚ ਤਬਦੀਲੀ ਲਿਆਉਣ ਦੀ ਗੱਲ ਹੈ, ਇਹ ਰਾਜਨੀਤਿਕ ਪਾਰਟੀਆਂ ਕਰ ਸਕਦੀਆਂ ਨੇ। ਇਸ ਕਰਕੇ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਤੇ ਪ੍ਰੈਸ਼ਰ ਪਾਉਣਾ ਜਾਂ ਕਿਸੇ ਲਹਿਰ ਦੇ ਵਿੱਚੋਂ ਉਹ ਪ੍ਰੈਸ਼ਰ ਪਾ ਕੇ ਆਪਦੀ ਆਪਦੀ ਗੱਲ ਮਨਾਉਣਾ, ਅਜੇ ਤੱਕ ਤਾਂ ਸਾਡਾ ਟ੍ਰੇਡ ਆਰਗੇਨਾਈਜੇਸ਼ਨ ਨੇ, ਅਸੀਂ ਇੱਥੇ ਤੱਕ ਹੀ ਸੀਮਤ ਹਾਂ। ਅਸੀਂ ਜਦੋਂ ਸਾਡੇ ਨਾਲ ਧੱਕਾ ਹੁੰਦਾ ਹੈ ਖੇਤੀ ਖੇਤਰ ਦੇ ਵਿੱਚ, ਚਾਹੇ ਕੋਈ ਵੀ ਕਰਦਾ ਹੈ, ਚਾਹੇ ਪਾਣੀ ਦੂਰ ਦੀ ਗੱਲ ਹੈ, ਚਾਹੇ ਫਸਲਾਂ ਦੀ ਦੁਰਦਸ਼ਾ ਦੀ ਗੱਲ ਹੈ, ਚਾਹੇ ਵਿਕਰੀ ਨਾ ਹੋਣ ਦੀ ਗੱਲ ਹੈ, ਚਾਹੇ ਘੱਟ ਭਾਅ ਦੇਣ ਦੀ ਗੱਲ ਹੈ, ਇਹ ਗੱਲਾਂ ਤੇ ਅਸੀਂ ਸੰਘਰਸ਼ ਕਰਕੇ ਜਿੱਦਾਂ ਟ੍ਰੇਡ ਆਰਗੇਨਾਈਜੇਸ਼ਨ ਦਾ ਜੋ ਕੰਮ ਹੈ ਅਸੀਂ ਉਹ ਕਰਨਾ, ਉਹ ਹੀ ਅਸੀਂ ਕਰ ਰਹੇ ਹਾਂ। ਬਿਲਕੁਲ, ਅਦਾਰਿਆਂ ਦੀ ਗੱਲ ਕੀਤੀ ਹੈ। ਮੈਂ ਉਹੀ ਤੁਹਾਨੂੰ ਵਾਰ-ਵਾਰ ਆਪਣਾ ਸਵਾਲ ਉੱਥੇ ਆ ਰਿਹਾ ਵੀ ਕੀ ਅਦਾਰਿਆਂ ਦੀ ਭੂਮਿਕਾ ਜਥੇਬੰਦੀਆਂ ਨਹੀਂ ਨਿਭਾ ਸਕਦੀਆਂ? ਕਰਨਾ ਤਾਂ ਲੋਕਾਂ ਨੂੰ ਜਾਗਰੂਕ ਹੀ ਆ। ਤੁਸੀਂ ਇੱਥੇ ਸਰਕਾਰਾਂ ਦੀਆਂ ਨੀਤੀਆਂ ਨੂੰ ਜਾਗਰੂਕ ਕਰ ਰਹੇ ਹੋ, ਸ਼ਾਇਦ ਉਸ ਤੋਂ ਵੀ ਵੱਡਾ ਕੰਮ ਆ ਤੁਸੀਂ ਲੋਕਾਂ ਨੂੰ ਸਿਰਫ ਇਸ ਬਾਰੇ ਜਾਗਰੂਕ ਕਰਨਾ ਵੀ ਪਾਣੀ ਬਚਾਉਣਾ, ਆਪਣੀ ਖੇਤੀ ਬਚਾਉਣੀ ਆ, ਤਾਂ ਉਹ ਤਾਂ ਮੈਨੂੰ ਲੱਗਦਾ ਉਸ ਤੋਂ ਬਹੁਤ ਨਿਗੂਣਾ ਕੰਮ ਹੈਗਾ, ਬਹੁਤ ਛੋਟਾ ਕੰਮ ਹੈ। ਦੇਖੋ, ਫੌਰੀ ਕਿਹੜਾ ਪਾਣੀ ਪੂਣੀ ਦੀ ਸਮੱਸਿਆ ਕਿਸੇ ਨੂੰ ਲੜਕਦੀ ਨਹੀਂ ਵੀ ਫੌਰੀ ਅਸੀਂ ਗੱਲ ਕਰੀਏ ਵੀ ਪਾਣੀ ਬਚਾ ਲਓ, ਸਾਡੀ ਗੱਲ ਕੋਈ ਨਹੀਂ ਸੁਣਨ ਨੂੰ ਤਿਆਰ। ਫੌਰੀ ਦਾ ਇਹ ਮਤਲਬ ਬਿਜਲੀ ਮਿਲਦੀ ਹੈ ਸਾਨੂੰ ਟਾਈਮ ਨਾਲ, ਸਾਡੀ ਰੇਹ ਸਾਨੂੰ ਸਸਤਾ ਮਿਲਦਾ, ਤੇਲ ਸਾਨੂੰ ਸਸਤਾ ਮਿਲਦਾ, ਭਾਅ ਸਾਨੂੰ ਸਾਡੀ ਜਿਣਸ ਮੌਕੇ ਨਾਲ ਵਿਕਦੀ ਹੈ, ਸਾਡਾ ਕਰਜ਼ਾ ਉਤਰਦਾ, ਸਾਨੂੰ ਰੁਜ਼ਗਾਰ ਮਿਲਦਾ, ਸਾਨੂੰ ਫ੍ਰੀ ਵਿੱਦਿਆ ਮਿਲਦੀ ਹੈ। ਲੋਕਾਂ ਦੀਆਂ ਜਿਹੜੀਆਂ ਲੋੜਾਂ ਨੇ, ਫੌਰੀ ਲੋੜਾਂ, ਉਹਨਾਂ ਨੂੰ ਤਾਂ ਸੁਣਨ ਨੂੰ ਤਿਆਰ ਨੇ ਲੋਕ ਸਾਡੀ ਗੱਲ। ਜਿਹੜੀ ਕਿ ਜੇ ਅਸੀਂ ਐਂ ਕਹਾਂਗੇ ਪਾਣੀ ਮੁੱਗਾ ਝੋਨਾ ਨਾ ਲਾਓ, ਫਿਰ ਤਾਂ ਸਾਡੇ ਤੇ ਲੋਕਾਂ ਦੇ ਵਿੱਚ ਤਾਂ ਵਧਾ ਸਾਡੀ ਟਕਰਾਵੀਂ ਮੌਕੇ ਨਾਲ ਟਕਰਾਵੀਂ ਗੱਲ ਬਣਦੀ ਹੈ ਵੀ ਯਾਰ ਝੋਨਾ ਨਾ ਲਾਓ, ਇਹ ਪਾਣੀ ਮੁੱਕ ਗਿਆ, ਜਾਂ ਹੋਰ ਫਸਲਾਂ ਬੀਜੋ, ਪਾਣੀ ਮੁੱਕ ਗਿਆ, ਸਾਡੀ ਨਹੀਂ ਕਿਸੇ ਨੇ ਸੁਣਨੀ।
ਇਹ ਤਾਂ ਸਰਕਾਰ ਦੇ ਹੱਥ 'ਚ ਹੈ। ਸਰਕਾਰ ਨੇ ਕਹਿਣ ਦੀ ਲੋੜ ਨਹੀਂ ਵੀ ਤੁਸੀਂ ਆਹ ਫਸਲ ਨਾ ਬੀਜੋ, ਫਰਜ਼ ਕਰ ਲਓ ਗੰਨੇ ਦੀ ਵਿਕਰੀ ਵਧੀਆ ਹੋ ਜਾਂਦੀ ਹੈ ਤਾਂ ਝੋਨਾ ਨਹੀਂ ਬੀਜਣਾ। ਗੰਨੇ ਦੇ ਪੈਸੇ ਵਧੀਆ ਮਿਲ ਗਏ, ਕਿਉਂ ਝੋਨਾ ਸੂਰਜਮੁਖੀ ਦੇ ਪੈਸੇ ਵਧੀਆ ਮਿਲ ਗਏ, ਝੋਨਾ ਨਹੀਂ ਵਿਕਣਾ। ਮੱਕੀ ਦੇ ਪੈਸੇ ਵਧੀਆ ਮਿਲਣ ਲੱਗ ਗਏ। ਜਾਨੀ ਮੁਨਾਫਾ ਕਿਹੜੀ ਖੇਤੀ 'ਚੋਂ ਵੱਧ ਹੁੰਦਾ ਹੈ? ਇਹ ਸਰਕਾਰ ਦੇ ਹੱਥ 'ਚ ਹੈ। ਸਰਕਾਰ ਨੇ ਉਹ ਖੇਤੀ ਦੇ ਵਿੱਚ ਜ਼ਿਆਦਾ ਪੈਸੇ ਦੇਤੇ ਤਾਂ ਅਗਲੇ ਸਾਲ ਕਹਿਣ ਦੀ ਲੋੜ ਨਹੀਂ, ਉਹੀ ਫਸਲ ਵਿਕੂਗੀ ਜਿਹਦੇ ਜ਼ਿਆਦਾ ਪੈਸੇ ਬਣਦੇ। ਪਰ ਸਰਕਾਰਾਂ ਤੇ ਦਬਾਅ ਤਾਂ ਬਣਾ ਸਕਦੀਆਂ ਜਥੇਬੰਦੀਆਂ, ਤੁਹਾਡੇ ਕੋਲ ਇਖਤਿਆਰ ਹੈਗਾ। ਹੁਣ ਦੇਖਦੇ ਜਿਹੜੇ ਟੋਲ ਪਲਾਜ਼ੇ ਨੈਸ਼ਨਲ ਹਾਈਵੇ ਦੇ ਉਹ ਤੁਸੀਂ ਬੰਦ ਕਰ ਦਿੰਦੇ ਹੋ, ਇੰਨੀ ਕੁ ਪਾਵਰ ਤਾਂ ਰੱਖਦੇ ਹੋ ਸਰਕਾਰ ਤੇ ਦਬਾਅ ਬਣਾਉਣ ਦੀ ਵੀ ਉਹਨਾਂ ਨੂੰ ਮੰਗ ਕੀਤੀ ਜਾ ਸਕਦੀ ਹੈ ਵੀ ਸਰਕਾਰ ਸਾਨੂੰ ਇਹੋ ਜਿਹਾ ਮਾਡਲ ਦੇਣ। ਵੱਡੇ ਮਸਲੇ ਨੂੰ ਹੱਲ ਕਰਨ ਵਾਸਤੇ ਵੱਡੀ ਤਾਕਤ ਦੀ ਲੋੜ ਹੈ। ਅਜੇ ਤਾਂ ਸਾਡੇ ਨਾਲ 1% ਲੋਕ ਵੀ ਨਹੀਂ ਰਲੇ, 1% ਲੋਕ ਵੀ ਨਹੀਂ ਰਲੇ। ਜਿੱਦੇ 5% ਹੋ ਗਏ ਉਹਦੇ ਸਾਰਾ ਕੁਝ ਕਰ ਲਾਂਗੇ, ਇਹ ਵੀ ਕਰ ਲਾਂਗੇ, ਅਗਲਾ ਵੀ ਕਰ ਲਾਂਗੇ। ਇਸ ਤੋਂ ਇਲਾਵਾ ਸਰਕਾਰ ਵਾਰ ਕਮੇਟੀ ਦਾ ਕਹਿ ਰਹੀ, ਆਪਣੀ ਪਿਛਲੀ ਵਾਰ ਵੀ ਗੱਲਬਾਤ ਹੋਈ ਸੀ, ਜੇ ਲੱਗਦਾ ਸਰਕਾਰ ਕਮੇਟੀ ਦੀ ਗੱਲ ਕਹਿੰਦੀ ਆ ਮੰਨਣਗੀਆਂ ਜਥੇਬੰਦੀਆਂ? ਨਹੀਂ, ਕਮੇਟੀ ਕੋਈ ਮਸਲੇ ਦਾ ਹੱਲ ਨਹੀਂ ਹੁੰਦੀ, ਸਾਰੀਆਂ ਜਥੇਬੰਦੀਆਂ ਨਾਲ ਸਾਂਝੀ ਗੱਲ ਕਰਨ ਫਿਰ। ਇਸ ਤੋਂ ਇਲਾਵਾ ਕਿਸਾਨ ਦਾ ਸੰਘਰਸ਼ ਤਕਰੀਬਨ ਜਿਹੜਾ ਲਗਾਤਾਰ ਚੱਲ ਰਿਹਾ, 37-38 ਦਿਨ ਹੋ ਗਏ ਤੇ ਉਦੋਂ ਵੱਧ ਕਿਸਾਨਾਂ ਦੀਆਂ ਮੌਤਾਂ ਹੋ ਚੁੱਕੀਆਂ। ਕਿਸਾਨ ਨੇ ਉਹ ਸੁਸਾਈਡ ਕਰ ਰਹੇ ਨੇ, ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਅਸੀਂ ਕਹਾਂ ਭਰਾਵੋ ਸੁਸਾਈਡ ਕਰਨਾ ਮਸਲੇ ਦਾ ਹੱਲ ਨਹੀਂ, ਸੰਘਰਸ਼ ਕਰੋ। ਜਿਹੜੇ ਕਿਸਾਨ ਸ਼ਹੀਦ ਹੋ ਗਏ ਮੋਰਚੇ 'ਚ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ। ਬਹੁਤ ਸਾਰੀਆਂ ਜਿੰਦਾਂ ਨਵੀਆਂ ਬਾਗੀਆਂ, ਇੱਕ 17 ਸਾਲ ਦਾ ਮੁੰਡਾ ਕੱਲ੍ਹ ਹੀ ਮਰਿਆ ਚੌਕੇ ਦਾ, ਅਸੀਂ ਉਹਨਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ। ਬਹੁਤ ਦੁੱਖ ਦੀ ਗੱਲ ਹੈ, ਮਾੜੀ ਗੱਲ ਹੁੰਦੀ ਜਦੋਂ ਕੋਈ ਘਟਨਾ ਹੀ ਵਾਪਰ ਜਾਂਦੀ ਹੈ, ਸਾਨੂੰ ਤਕਲੀਫ ਹੁੰਦੀ ਹੈ। ਉਹ ਸਾਡੇ ਜੇ ਬੱਚੇ ਨੇ ਜਿਹੜੇ 17 ਸਾਲ 18 ਸਾਲ 19 ਸਾਲ ਦੇ ਜਿਹੜੇ ਸ਼ਹੀਦ ਹੋ ਗਏ ਇਸ ਮੋਰਚੇ ਦੇ ਵਿੱਚ, ਉਹਨਾਂ ਦੇ ਪਰਿਵਾਰਾਂ ਨਾਲ, ਉਹਨਾਂ ਦੇ ਮਾਤਾਵਾਂ ਨਾਲ, ਉਹਨਾਂ ਦੇ ਭੈਣ ਭਰਾਵਾਂ ਨਾਲ ਸਾਡੀ ਹਮਦਰਦੀ ਹੈ ਜਥੇਬੰਦੀ ਵੱਲੋਂ। ਅਸੀਂ ਦੁੱਖ ਦਾ ਇਜ਼ਹਾਰ ਕਰਦੇ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਤਾਂ ਇਹ ਸਨ BKU ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਿਨ੍ਹਾਂ ਨਾਲ ਹਰ ਇੱਕ ਮਸਲੇ ਤੇ ਗੱਲਬਾਤ ਕੀਤੀ ਹੈ। ਉਹਨਾਂ ਨੇ ਜੋ ਕਿਸਾਨ ਸੁਸਾਈਡ ਕਰ ਰਹੇ ਨੇ ਉਹਨਾਂ ਦਾ ਜ਼ਿਕਰ ਵੀ ਕੀਤਾ ਕਿ ਉਹਨਾਂ ਨੂੰ ਸੰਘਰਸ਼ ਦੇ ਰਾਹ ਤੇ ਤੁਰਨਾ ਚਾਹੀਦਾ। ਕੈਮਰਾਮੈਨ ਪਰਮਿੰਦਰ ਦੇ ਨਾਲ ਮੈਂ ਜਗਵੰਤ, ਜਗਬਾਣੀ TV, ਦਿੱਲੀ।